ਸਰਦਾਰ ਗੁਰਦਿਆਲ ਸਿੰਘ ਉਹਨਾਂ ਦੀ ਕਹਾਣੀ ਸੱਗੀ ਫੁੱਲ ਤੁਹਾਡੇ ਸਨਮੁਖ ਹੈ। ਸਰਦਾਰ ਗੁਰਦਿਆਲ ਸਿੰਘ ਉਹਨਾਂ ਨੇ ਕਹਾਣੀਆਂ ਬਹੁਤ ਵਧੀਆ ਲਿਖੀਆਂ। ਸੱਗੀ ਫੁੱਲ, ਜਦੋਂ ਦੀ ਈਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਨਾ, ਮੁੰਨੋ ਨੇ ਉਦੋਂ ਦਾ ਹੀ ਜਿਹੜਾ ਰੱਟਾ ਲਾਇਆ ਹੋਇਆ। ਆਥਣ ਉੱਗਣ ਇਹੀ ਗੱਲ ਛੇੜਦੀ, ਪਰ ਈਸਰ ਅਜੇ ਤਾਈਂ ਅੜੀ ਫੜੀ ਬੈਠਾ ਸੀ। ਉਹਨੂੰ ਪਤਾ ਹੀ ਗਰੀਬ ਦਾ ਵੇਕ ਨਾਲ ਕੰਮ ਨਹੀਂ ਸਰਨਾ ਹੈ। ਮੁੰਨੋ ਜਦ ਵੀ ਕਹਿੰਦੀ ਛਾਲ ਮਾਰ ਕੇ ਨੇੜੇ ਜਾ ਕੇ ਜਾਣਾ ਤਾਂ ਗੱਜ ਵੱਜ ਕੇ ਜਾਣਾ ਹੈ, ਨਹੀਂ ਤਾਂ ਸ਼ਰੀਕਾਂ ਤੋਂ ਨੱਕ ਨਹੀਂ ਬਣਾਉਣਾ। ਉਦੋਂ ਚੁੱਪੇ ਚੰਗੀ ਹੈ। ਆਥਣ ਜਦ ਈਸਰ ਹਲ ਛੱਡ ਕੇ ਆਇਆ, ਮੁੰਨੋ ਨੇ ਫੇਰ ਰੇੜਕਾ ਪਾ ਲਿਆ। ਅੱਜ ਬਚਨੀ ਦੀ ਬੇਬੇ ਆਈ ਸੀ, ਉਹਨੇ ਗੱਲ ਤੋਰੀ, ਚਾਹ ਨਾ ਪਾਣੀ। ਉਹ ਜਿਹੜੀਆਂ ਦੱਸ ਕੇ ਗਈ ਹੈ, ਸੁਣ ਕੇ ਕਾਲਜਾ ਮੱਚਦਾ ਮੇਰਾ। ਕਹਿੰਦੀ ਤੇਰੀ ਜਠਾਣੀ ਪਿੰਡ 'ਚ ਗੁੱਡਾ ਬੰਨੀ ਫਿਰਦੀ, ਕਹਿੰਦੀ ਅੱਡ ਹੋਣ ਵੇਲੇ ਤਾਂ ਦੋਵੇਂ ਤੀਵੀਂ ਮਾਲਕ ਦੁੰਬ ਚੱਕੀ ਫਿਰਦੇ ਸੀ। ਜਾਇਦਾਦ ਬਣਾਉਣੀ ਪਤਾ ਹੋਣ ਲੱਗੂ ਜਦ ਬਰਾਬਰ ਦਾ ਝੱਗਾ ਲਟਾਉਣਾ ਪਿਆ। ਦੇਖੋ ਹੁਣ ਕਿਹੜੇ ਤੱਗੇ ਕਰਾ ਕੇ ਲਿਜਾਂਦੇ ਨੇ ਨਾਨਕ ਸ਼ੱਕ 'ਚ। ਮੈਂ ਵੀ ਪਾਲੇ ਦੀ ਧੀ ਨਹੀਂ ਜੇ ਸੱਗੇ ਰੱਤਿਆਂ 'ਚ ਇਹਨਾਂ ਦਾ ਸੂੰਡਕਾ ਨੀਵਾਂ ਨਹੀਂ ਕੀਤਾ। ਸਾਡੀ ਛੱਪਰੀ 'ਚ ਭਾਵੇਂ ਕੱਖ ਨਾ ਰਹੇ। ਪਰ ਈਸਰ ਨੂੰ ਕੋਈ ਗੱਲ ਨਾ ਜੋੜਦੀ। ਸਾਰੇ ਦਿਨ ਦਾ ਥਕੇਵਾ ਹੱਡ ਟਸ ਟਸ ਕਰਦੇ। ਉਹਦੀਆਂ ਕੌੜੀਆਂ ਕਸਾਲੀਆਂ ਸੁਣ ਕੇ ਹੋਰ ਚਿੱਤ ਭੈੜਾ। ਇਹ ਤਾਂ ਹੂਲਾ ਫੂਕਣਾ ਹੀ ਪਊ। ਮੁੰਨੋ ਨੇ ਗੱਲ ਹੋਰ ਪਾਸੇ ਮੋੜੀ। ਜੇ ਮਾੜਾ ਮੋਟਾ ਮੈਂ ਹੱਥ ਘੁੱਟ ਲਿਆ, ਕਲਮੂਹੀ ਨੇ ਸਾਰੀ ਉਮਰ ਮੈਨੂੰ ਨੈਣ ਕੇ ਮਾਰ ਦੇਣਾ। ਕੌਲੇ ਨਾਲ ਚੁੱਲ੍ਹਾ ਚੱਤੋ ਪਹਿਰ ਲਾਇਆ ਕਰੂ ਆ ਰਹਾ। ਉੱਧਰੋਂ ਤੇਰੀ ਭੈਣ ਬੰਨਿਓ ਵੀ ਡਰ ਲੱਗਦਾ ਹੈ। ਕੁਛ ਉਹਦਾ ਵੀ ਸੁਭਾਅ ਖਰਮ ਹੈ, ਕੁਛ ਇਹੋ ਜਿਹੀਆਂ ਦੀਆਂ ਸਿੱਖ ਸਿਖਾਈ ਹੋਰ ਬਣਾਊ। ਉਹਨੇ ਆਖਣਾ ਚਾਰ ਛਿੱਲ ਲਾਉਣ ਦੇ ਮਾਰੇ ਘਿੱਸ ਲਵਟ ਗਏ। ਊਂ ਵੀ ਪਹਿਲਾ ਸਾਹ ਹੈ, ਲੈਣ ਦੇਣ ਤਾਂ ਜੱਗ ਤੇ ਬਣਿਆ। ਜਿਨ੍ਹਾਂ ਦੀ ਡੰਗ ਨਹੀਂ ਪੱਕਦੀ, ਇਹ ਮੌਕੇ ਤਾਂ ਉਹ ਵੀ ਭੈਣ ਭਰਾਵਾਂ ਤੋਂ ਮਗਰ ਨਹੀਂ ਰਹਿੰਦੇ। ਮੁੰਨੋ ਹਟਦੀ ਨਾ, ਬੋਲਦੀ। ਈਸਰ ਚੁੱਪ ਰਹਿੰਦਾ, ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਸੀ ਔੜਦਾ। ਸੋਚੀ ਪਿਆ, ਸਿਰ ਫੜ ਖੁਰਲੀ ਤੇ ਬੈਠਾ। ਮੁੰਨੋ ਤੋਂ ਘਰ ਦੀ ਹਾਲਤ ਗੁੱਝੀ ਨਹੀਂ ਸੀ। ਭਰਾ ਨਾਲੋਂ ਅੱਡ ਹੋਣ ਵੇਲੇ ਈਸਰ ਦੇ ਵਿਆਹ ਲਈ ਲਏ ਕਰਜ਼ੇ ਤੇ ਪਿਆ ਭਾਈ ਨੇ ਅੰਗੂਠਾ ਲਵਾਤਾ। ਈਸਰ ਦੀ ਭਰਜਾਈ ਨੇ ਤਾਂ ਭਾਂਡੇ ਚੱਕਣ ਦਿੱਤੇ, ਪੈਲੀ ਵੀ ਅੱਧਿਓਂ ਵੱਧ ਮਾਰੂ ਦੇਤੀ। ਕਰਜ਼ਾ ਵੱਧ ਗਿਆ, ਇਸ ਕਰਕੇ ਹੋਰ ਕੋਈ ਵਾਧੂ ਖਰਚ ਸਹੇੜਨ ਤੋਂ, ਫਾਹਾ ਲੈਣ ਤੋਂ ਈਸਰ ਡਰਦਾ। ਮੁੰਨੋ ਵੀ ਚਿੱਤ ਉਹਨੂੰ ਦੁਖੀ ਕਰਕੇ ਰਾਜ ਨਹੀਂ ਸੀ, ਪਰ ਜਠਾਣੀ ਦੇ ਤਾਨਿਆਂ ਤੋਂ ਡਰਦੀ। ਜੱਗ ਭਾਵੇਂ ਕਿਸ ਤੋਂ ਜਿੱਤਿਆ ਨਹੀਂ, ਪਰ ਨਮੋਸ਼ੀ ਝੱਲਣੀ ਔਖੀ ਲੱਗਦੀ ਸੀ ਉਹਨੂੰ। ਚੰਗਾ ਫਿਰ ਐਂ ਘਰ ਈਸਰ ਦੇ ਨਾਲ ਖਹਿ ਕੇ ਬਹਿੰਦੀ ਮੁੰਨੋ ਨੇ ਕਿਹਾ, ਤੂੰ ਮੁੰਡੇ ਦੇ ਕੱਪੜੇ ਲੀੜੇ ਬਣਵਾ ਲੈ, ਹੋਰ ਸਾਰਾ ਮੈਂ ਆਪੇ ਸਾਰ ਲੂੰ। ਆਪੇ ਸਾਰ ਲੇਂਗੀ? ਈਸਰ ਨੇ ਮੂੰਹ ਚੱਕ ਕੇ ਕਿਹਾ। ਆਹੋ, ਮੈਂ ਆਪੇ ਸਾਰ ਲੂੰ, ਕੋਈ ਮਾਣ ਨਾਲ ਮੁੰਨੋ ਨੇ ਜਵਾਬ ਦਿੱਤਾ। ਉੱਠ ਕੇ ਆਪਣੇ ਕੰਮ ਲੱਗ ਗਈ। ਈਸਰ ਇਸ ਗੁੱਝੀ ਗੱਲ ਬਾਰੇ ਖਾਸਾ ਸੋਚਦਾ ਰਿਹਾ, ਕਿੱਥੋਂ ਸਾਰੂਗੀ। ਅਗਲੇ ਦਿਨ ਈਸਰ ਨੇ ਮੰਡੀਓਂ ਬੀਜ ਲੈਣ ਜਾਣਾ ਸੀ। ਤੁਰਨ ਲੱਗਿਆ ਤਾਂ ਮੁੰਨੋ ਨੇ ਹੱਥ ਮਾਰ ਕੇ ਝਾਤ ਵਾਂਗੂ ਉਂਗਲ ਹਿਲਾ ਕੇ ਅੰਦਰ ਸੱਦ ਲਿਆ। ਸੰਦੂਕ ਦੇ ਕੋਲ ਨਵੇਂ ਖੜਕੇ ਸੰਦੂਕ ਦੇ ਵਿੱਚੋਂ ਸੱਗੀ ਕੱਢ ਲਈ। ਫੜਾ ਕੇ ਖੋਪੇ ਦੀ ਠੂਠੀ ਵਰਗੀ ਸੱਗੀ, ਇਉਂ ਕਰੀ ਨਵੇਂ ਫੈਸ਼ਨ ਦੇ ਕਾਂਟੇ ਕਰਾ ਲਿਆਈ। ਜਿਹੋ ਜਿਹੇ ਹਰੋ ਨੇ ਬਹੂ ਵਾਸਤੇ ਕਰਾਇਆ ਤੀ, ਬਹੂ ਦਾ ਤਿਉਰ ਮੈਂ ਆਪੇ ਘਰੋਂ ਜੋੜ ਲੂੰ। ਈਸਰ ਨੂੰ ਜਿਵੇਂ ਸਖਤਾ ਮਾਰ ਗਿਆ। ਖਾਸਾ ਚਿਰੋਂ ਕਦੇ ਸੱਗੀ ਵੱਲ ਵੇਖੇ, ਕਦੋਂ ਮੁੰਨੋ ਦੀਆਂ ਅੱਖਾਂ ਵੱਲ ਦੇਖੇ। ਝਾਕਦਾ ਕੀ ਹੈ? ਗੱਲ ਦੀ ਕਾਹਦੀ ਨਮੋਸ਼ੀ ਹੈ? ਮੁੰਨੋ ਨੇ ਸੱਗੀ ਈਸਰ ਦੇ ਖੀਸੇ 'ਚ ਪਾਤੀ। ਆਪਦੀ ਇੱਜ਼ਤ ਪਾਸੇ ਲੋਕ ਦੇਹਾਂ ਵੇਚ ਦਿੰਦੇ, ਤਾਂ ਭੋਰਾ ਸਿਉਣਾ ਹੈ। ਜਿਉਂਦਾ ਰਹੇ ਮੇਰਾ ਸ਼ੇਰ। ਸਲੱਗ ਨਿਕਲਿਆ ਸੱਗੀਆਂ ਹੋਰ ਬਹੁਤ। ਹਲੇ ਮੁੰਡਾ ਗਢੀਰੇ ਨਾਲ ਮੱਖਣ ਵਿਹੜੇ 'ਚ ਖੇਲਦਾ ਫਿਰਦਾ ਸੀ। ਈਸਰ ਸੋਚੇ ਕਦ ਮੱਖਣ ਜਵਾਨ ਹੋਊ, ਕਦ ਇਹਨੂੰ ਸੱਗੀ ਜੁੜੂ। ਈਸਰ ਨੀਵੀਂ ਪਾਈ ਖੜਾ ਰਿਹਾ। ਉਹਨੂੰ ਜਾਪਿਆ ਜਿਵੇਂ ਉਹਦੇ ਉੱਤੇ ਢਿੱਗ ਡਿੱਗਦੀ ਆ ਕੋਈ। ਸਾਹ ਘੁੱਟ ਗਿਆ, ਪਰ ਮੁੰਨੋ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਲੈ ਆਂਦਾ, ਬੂਹੇ ਤਾਈਂ ਛੱਡਿਆ ਹੀ। ਤੁਰਿਆ ਆਉਂਦਾ ਈਸਰ ਜੱਕੋ ਤੱਕੀ ਮੰਡੀ ਦੇ ਰਾਹ ਪੈ ਗਿਆ। ਫਿਰ ਜਿੱਦੇ ਨਾਨਕਾ ਮੇਲ ਗਿਆ ਨਾ ਈਸਰ ਦੀ ਭੈਣ ਦੇ ਸਹੁਰੀ, ਉਦੋਂ ਮੁੰਨੋ ਧਰਤੀ ਤੋਂ ਹੱਥ ਉੱਚੀ ਉਤਰੇ। ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੁੱਚੇ ਤਿਉਰਾਂ ਦੀ ਚਰਚਾ ਅੰਗ ਸਾਕ ਕਰ ਰਹੇ ਸੀ। ਕਹਿੰਦੇ ਨਹੀਂ, ਮੁੰਨੋ ਨੇ ਤਾਂ ਸਿਰੇ ਲਾਤੀ, ਜਠਾਣੀ ਦਾ ਸੂੰਡਕਾ ਵੜਤਾ। ਇੰਨੇ ਮਹਿੰਗੇ ਕਾਂਟੇ ਸਿਰੇ ਦੇ। ਜਠਾਣੀ ਜਿਹੜੀ ਕਦੇ ਠੂਹੇ ਵਾਂਗੂ ਟੱਪਦੀ ਫਿਰਦੀ, ਮੱਖੀ ਨਹੀਂ ਸੀ ਉੱਡਦੀ, ਜਠਾਣੀ ਨੀਵੀਂ ਹੋ ਗਈ। ਉਹਦਾ ਲਿਆਂਦਾ ਹੋਇਆ ਟੂਮ ਤੇ ਜਿਹੜਾ ਤਗਾਦਾ ਸੀ ਉਹ ਨੀਵਾਂ ਸੀ। ਮੁੰਨੋ ਮੁੜ ਮੁੜ ਜਠਾਣੀ ਵੱਲ ਝਾਕੇ।
ਜਠਾਣੀ ਅੱਖ ਨਾ ਉੱਚੀ ਕਰੇ। ਜੰਝ ਤੋਰ ਕੇ ਮਿਲਣਾ, ਜਦੋਂ ਮਿਲਣਾ ਗਿੱਧਾ ਪਾਉਣ ਲੱਗਿਆ ਮੁੰਨੋ ਨੱਚਣ ਲਈ ਆਪੇ ਵਿਚਾਲੇ ਜਾ ਖੜੀ ਆਪੇ। ਉਂਝ ਵੀ ਨਾਨਕਾ ਮੇਲ ਸਭ ਤੋਂ ਛੋਟੀ ਉਮਰ ਦੀ ਸੀ, ਰੂਪ ਵੀ ਅੱਜ ਉਹ ਤੇ ਧਰਮ ਨਾਲ ਲੋਹੇ ਦਾ ਚੜਿਆ, ਲੋਹੜੇ ਦਾ ਚੜਿਆ। ਪਤਾ ਨਹੀਂ ਕਦੇ ਲੱਗਦੀ ਸਿਰਕੇ ਰੰਗੀ ਸੀ, ਕਦੇ ਪਿਆਜੀ ਰੰਗੀ ਲੱਗਦੀ। ਮੇਲਣਾ ਨੇ ਗਿੱਧਾ ਸ਼ੁਰੂ ਕੀਤਾ, ਕੇਰਾਂ ਤਾਂ ਮੁੰਨੋ ਦੀਆਂ ਗੱਲਾਂ ਸੰਗ ਨਾਲ ਉਹਦੀ ਹਵਾ ਪਿਆਜੀ ਸਿਰਕੇ ਵਰਗੀਆਂ ਹੋ ਗਈ। ਨੀਵੀਂ ਪਾ ਲਈ, ਪੈਰ ਦੇ ਗੂਠੇ ਨਾਲ ਧਰਤੀ ਖੁਰਚਣ ਲੱਗੀ, ਪਰ ਬਿੰਦਕ ਪਿੱਛੋਂ ਅੱਡੀ ਗਿੱਧੇ ਦੀ ਤਾਲ ਨਾਲ ਵੱਜਣ ਲੱਗੀ। ਸਾਰੇ ਅੰਗ ਪਾਰੇ ਵਾਂਗੂ ਥਿਰਕਣ ਲੱਗ ਗਏ। ਸਿਰਕੇ ਦੀਆਂ ਪੰਨੀਆਂ ਕੰਨੀਆਂ ਫੜ ਕੇ ਜਦ ਉਹਨੇ ਗੇੜਾ ਦਿੱਤਾ ਨਾ, ਲੱਕ ਸੱਪਣੀ ਵਾਂਗੂ ਸੱਤ ਵੱਲ ਖਾ ਗਿਆ। ਉਹਦੀ ਅੱਡੀਆਂ ਦੀਆਂ ਵਿਹੜੇ 'ਚ ਪੰਜੇਬਾਂ ਦੇ ਘੁੰਗਰੂਆਂ ਦੇ ਨਾਲ ਸ਼ਰਾਟੇ ਪੈਣ, ਐਂ ਲੱਗੇ ਜਿਵੇਂ ਕਿਤੇ ਸੱਪ ਫਨੀਅਰ ਆਉਂਦਾ। ਗਿੱਧਾ ਪਾਉਂਦੀਆਂ ਮੇਲਣਾ ਦੇ ਹੱਥ ਅੰਬ ਚੱਲੇ, ਮੁੰਨੋ ਗੇੜੇ ਨਾਲ ਗੇੜਾ ਦਵੇ, ਹਟੇ ਨਾ। ਗਲੀ 'ਚ ਪਿੰਡ ਦੇ ਗੱਭਰੂਆਂ ਦਾ ਖਾਸਾ ਇਕੱਠ ਹੋ ਗਿਆ। ਉਹ ਗਿੱਧਾ ਪੈਂਦਾ, ਮੇਲਣਾ ਗਿੱਧਾ ਪੈਂਦਾ, ਨਾਨਕਾ ਮੇਲ ਵਾਲੀਆਂ ਆ ਗਈਆਂ। ਗਿੱਧੇ ਦੀ ਲੋੜ 'ਚ ਮੇਲਣਾ ਦੇ ਨੇੜੇ ਹੋ ਗਏ। ਮਿੱਤਰਾ ਰੰਨ ਦੀ ਅੱਖ ਵੇਖ, ਨਗਾਂ ਗੂੰਦਕਦੀ ਹੈ। ਇੱਕ ਨੇ ਦੋਨਾਂ ਹੱਥਾਂ ਨਾਲ ਪਰਨਾ ਸੂਤ ਕਰਕੇ ਗੱਬੇ ਜੇ ਨੂੰ ਕੀਤਾ ਮੱਥੇ ਤੇ। ਗਿੱਧੇ ਵਾਲੀ ਦੇ ਨੇੜੇ ਆਏ ਦੋ ਗੱਭਰੂਆਂ 'ਚੋਂ ਇੱਕ ਨੇ ਨਾਲ ਦੇ ਨੂੰ ਕਿਹਾ, ਕੀ ਪੁੱਛਦਾ? ਪਰ ਜਾ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤੜ ਛੜਿਆਂ ਦੇ ਆਹੂ ਨਾ ਲਾ ਦਿੰਦੀ। ਉਹਨੇ ਮੁੱਛ ਘੁਮਾ ਕੇ ਮੂੰਹ 'ਚ ਪਾ ਕੇ ਮੁੱਛ ਚੱਬੀ। ਗੱਲ ਤਾਂ ਤੇਰੀ ਪੱਕੀ ਐ। ਪਹਿਲੇ ਨੇ ਉਹਦੀ ਗੱਲ ਦਾ ਹੰਗਾਰਾ ਭਰਿਆ। ਕੱਲੇ ਫੁੱਲ ਤਾਂ ਉਹੀ ਬਛਰੂ ਦੇ ਸਿੰਗਾਂ ਵਾਂਗੂ ਲੱਗਦੇ ਆਲੇ ਦੁਆਲੇ ਟੰਗੇ ਹੋਏ, ਕਿਉਂਕਿ ਮੁੰਨੋ ਨੇ ਸੱਗੀ ਤਾਂ ਵੇਚਤੀ ਸੀ। ਆਲੇ ਦੁਆਲੇ ਦੇ ਫੁੱਲ ਜਿਹੜੇ ਚਾਂਦੀ ਦੇ ਹੁੰਦੇ ਨੇ, ਉੱਪਰ ਸੋਨੇ ਦੀ ਝਾਲ ਹੁੰਦੀ ਹੈ, ਪਰਤ ਚਾੜੀ ਹੈ, ਉਹ ਪੱਤਰਾ ਚਾੜਿਆ, ਉਹੀ ਲਮਕਦੇ ਸੀ, ਸੱਗੀ ਹੈ ਨਹੀਂ ਸੀ। ਗੱਲ ਕੱਲੇ ਫੁੱਲਾਂ ਨੇ ਤਾਂ ਜੱਟੀ ਦਾ ਰੋਪ ਗਾਲਤਾ। ਇੱਕ ਨੇ ਤਾਜ਼ੇ ਫੇਰੇ ਮੋਚਨੇ 'ਚੋਂ ਗੱਲ ਜਿਹੜੀ ਚਮਕਾਈ, ਪਰ ਉਹ ਰੱਬ ਨੇ ਰੂਪ ਦੇਣ ਵੇਲੇ ਭੋਰਾ ਸੂੰਪਣਾ ਨਹੀਂ ਕੀਤਾ। ਜਿਵੇਂ ਕਿਤੇ ਵਿਹਲੇ ਬਹਿ ਕੇ ਘੜੀ ਹੁੰਦੀ ਹੈ, ਕਿਤੇ ਤਥਾ ਨਹੀਂ ਛੱਡੀ। ਜਮਾ ਹੀ ਅੰਦਰ ਦੇ ਖਾੜੇ ਦੀ ਪਰੀ ਲੱਗਦੀ ਹੈ। ਕਤਾ ਕਰਾਈ ਪਈ ਹੈ ਧਰਮ ਨਾਲ। ਉਹਦੇ ਮਨ 'ਚ ਉਹਦੀ ਘਰ ਵਾਲੀ ਸੋਹਣੀ ਨਹੀਂ ਸੀ, ਉਹਦੇ ਕਰਕੇ ਉਹਦਾ ਮੂੰਹ ਕਸੈਲਾ ਹੋ ਗਿਆ, ਜਿਵੇਂ ਮੂੰਹ 'ਚ ਮਿਰਚ ਪਾਈ ਹੁੰਦੀ। ਗਿੱਧਾ ਮੱਠਾ ਪੈਂਦਾ ਬੰਦ ਹੋ ਗਿਆ। ਕੋਈ ਮੇਲਣ ਬੋਲੀ ਪਾਉਣ ਲੱਗੀ, ਬੋਲੀ ਦੇ ਤੋੜੇ ਨਾਲ ਗਿੱਧੇ ਦੀ ਧਮਕਾਰ ਫਿਰ ਪੈਣ ਲੱਗੀ, ਪਰ ਮੁੰਨੋ ਦੀ ਅੱਡੀ ਦਾ ਤਾਲ ਥੜਕਣ ਲੱਗਿਆ। ਉਹਨੇ ਗੱਲ ਸੁਣ ਲਈ ਸੀ। ਸਾਰੇ ਅੰਗ ਜਿਵੇਂ ਸਿਲ ਪੱਥਰ ਹੁੰਦੇ ਗਏ, ਮੂੰਹ ਤੇ ਪਲੱਤਣ ਆ ਗਈ। ਉਹਨੇ ਥੜਕਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਖਣ ਲੱਗੀ। ਗਿੱਧਾ ਬੰਦ ਹੋ ਗਿਆ। ਮੁੰਨੋ ਸੱਜੇ ਪੈਰ ਦਾ ਗਿੱਟਾ ਲੈ ਕੇ ਬਹਿ ਗਈ। ਕੁੜੇ ਕੀ ਹੋਇਆ? ਸਾਰੀਆਂ ਨੇ ਹੈਰਾਨੀ ਨਾਲ ਇੱਕੋ ਵਾਰੀ ਜਵਾਬ ਦਿੱਤਾ, ਗਿੱਟੇ ਨੂੰ ਮੋਚ ਆ ਗਈ। ਮੁੰਨੋ ਨੇ ਮਲਵੀ ਜੀਭ 'ਚ ਕਿਹਾ, ਪਰ ਸਿਆਣੀਆਂ ਤਾੜ ਗਈਆਂ, ਮੋਚ ਉਹਦੇ ਕਿਤੇ ਹੋਰ ਆਈ ਆ। ਮੇਲਣ ਨੂੰ ਤਾਂ ਜੁੱਟਾ ਨਜ਼ਰ ਲੱਗ ਗਈ। ਉਹਨਾਂ ਦੋਨਾਂ ਗੱਭਰੂਆਂ 'ਚੋਂ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਗਏ। ਮੁੰਨੋ ਬੈਠੀ ਸੀ, ਉਹਨੂੰ ਮੁੜ ਕੇ ਸੱਗੀ ਯਾਦ ਆ ਰਹੀ ਸੀ, ਪਰ ਫੇਰ ਜਠਾਣੀ ਦਾ ਮੂੰਹ ਨੀਵਾਂ ਕਰਨ ਦੀ ਗੱਲ ਯਾਦ ਆ ਰਹੀ ਸੀ। ਹੁਣ ਦੋਨਾਂ ਦੇ ਵਿੱਚੋਂ ਕੌਣ ਸਹੀ ਸੀ, ਗੱਭਰੂ ਜਾਂ ਮੁੰਨੋ, ਇਹ ਰੱਬ ਜਾਣਦਾ। ਸੱਗੀ ਫੁੱਲ